ਅਤੇ ਭਾਰਤ ਦੇਸ਼ ਦੀ ਵੰਡ ਸਮੇਂ ਹੋਈਆਂ ਹਜ਼ਾਰਾਂ ਤੇ ਲੱਖਾਂ ਜ਼ਿੰਦਗੀਆਂ ਜਿਹੜੀਆਂ ਹਨ, ਘਰ ਪਰਿਵਾਰ ਜਿਹੜੇ ਹਨ ਬਰਬਾਦ ਹੋਏ ਹਨ, ਜਿੰਦਾ ਖਮਿਆਜਾ ਪੰਜਾਬ ਨੂੰ ਬੜਾ ਵੱਡਾ ਮੁੱਲ ਤਾਰ ਕੇ ਭੁਗਤਣਾ ਪਿਆ ਹੈ। ਆਓ ਸਤਿਗੁਰ ਕਿਰਪਾ ਕਰਨ, ਆਪਾਂ ਵਿਚਾਰ ਦੇ ਵਿੱਚ ਬੜੇ ਪਿਆਰ ਨਾਲ ਜੁੜਨਾ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਸਾਰੀ ਸੰਗਤ ਅਸੀਸ ਬਖਸ਼ੋ, ਪਿਆਰ ਸਹਿਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ 1521 ਤੱਕ ਭਾਰਤ ਦੇਸ਼ ਤਕਰੀਬਨ 2 ਤੋਂ 3 ਹਜ਼ਾਰ ਵਰਸ਼ ਤੱਕ ਗੁਲਾਮੀ ਭੋਗਦਾ ਹੈ। ਭਾਰਤ ਦੇਸ਼ ਦੇ ਅੰਦਰ ਰਜਵਾੜੇ ਆਉਂਦੇ ਨੇ, ਜਰਵਾਣੇ ਆਉਂਦੇ ਨੇ, ਮੁਗਲ ਆਉਂਦੇ ਨੇ, ਮੌਰੀਆ ਆਉਂਦੇ ਨੇ, ਕਦੀ ਫਰਾਂਸੀਸੀ ਆਉਂਦੇ ਨੇ, ਕਦੀ ਪੁਰਤਗਾਲੀ ਆਉਂਦੇ ਨੇ, ਕਦੀ ਮੁਗਲ ਆਏ, ਤੁਰਕ ਆਏ। ਇਹਨਾਂ ਹਰ ਵਾਰ ਇਸ ਭਾਰਤ ਨੂੰ ਲੁੱਟਿਆ। ਭਾਰਤ ਦੇਸ਼ ਦੇ ਮੰਦਿਰਾਂ ਨੂੰ ਰੱਜ ਕੇ ਲੁੱਟਿਆ, ਇੱਥੋਂ ਦੀਆਂ ਇੱਜ਼ਤਾਂ ਤੇ ਪਤਾਂ ਨੂੰ ਲੁੱਟ ਕੇ ਕਾਬਲ ਕੰਧਾਰ ਦੇ ਵਿੱਚ ਰੱਜ ਕੇ ਵੇਚਿਆ ਗਿਆ। ਆਮ ਇਹਨਾਂ ਦਾ ਇੱਕ ਪੇਸ਼ਾ ਬਣ ਗਿਆ ਸੀ ਭਾਰਤ ਦੇਸ਼ ਵਿੱਚ ਆਉਣਾ, ਇਹਨੂੰ ਲੁੱਟ ਕੇ ਲੈ ਕੇ ਚਲੇ ਜਾਣਾ। ਭਾਰਤ ਦੇਸ਼ ਦੇ ਲੋਕਾਂ ਦੇ ਅੰਦਰ ਇੰਨੀ ਜ਼ਰੂਰਤ ਨਹੀਂ ਸੀ ਕਿ ਉਹਨਾਂ ਹਾਕਮਾਂ ਦਾ ਮੁਕਾਬਲਾ ਕਰ ਸਕਣ, ਜਾਂ ਇੰਝ ਕਹਿ ਲਓ ਵੀ ਜਦੋਂ ਕਿਸੇ ਮਨੁੱਖ ਨੂੰ ਚੂੰਡੀ ਵੱਢੀਏ ਨਾ, ਤੇ ਅਗਲਾ ਬੰਦਾ ਜਿਹੜਾ ਅਗਰ ਸਹਿਣ ਕਰ ਜਾਵੇ ਤੇ ਚੂੰਡੀ ਵੱਢਣ ਵਾਲਾ ਫਿਰ ਹੋਰ ਦੂਜੀ ਵਾਰੀ ਚੂੰਡੀ ਵੱਢਦਾ, ਫਿਰ ਬਰਦਾਸ਼ਤ ਕਰ ਜਾਵੇ ਉਹ ਫਿਰ ਵੱਢਦਾ। ਜਿੰਨਾ ਚਿਰ ਬੰਦਾ ਬਰਦਾਸ਼ਤ ਕਰੀ ਜਾਂਦਾ ਹੈ ਤੇ ਮਨੁੱਖ ਜ਼ੁਲਮ ਕਰੀ ਜਾਂਦਾ ਹੈ। ਇਹੀ ਕਾਰਨ ਭਾਰਤ ਵਰਸ ਦੇ ਲੋਕ ਜਿਹੜੇ ਹਨ ਕੇਵਲ ਬਾਹਰਲੇ ਲੋਕਾਂ ਦੇ ਗੁਲਾਮ ਨਹੀਂ ਸਨ, ਬਲਕਿ ਭਾਰਤ ਵਿੱਚ ਰਹਿਣ ਵਾਲੀ ਵਰਨ ਵੰਡ ਦੇ ਵੀ ਗੁਲਾਮ ਸਨ। ਇੱਥੋਂ ਦਾ ਰਹਿਣ ਵਾਲਾ ਜਿਹੜਾ ਹਾਕਮ ਹੈ ਉਹਨੇ ਵੀ ਗੁਲਾਮ ਬਣਾਇਆ ਹੋਇਆ ਸੀ। ਬਾਹਰੋਂ ਤੇ ਆਉਂਦੇ ਸਨ ਲੁੱਟਣ ਵਾਲੇ, ਜਿਹੜੇ ਇੱਥੋਂ ਦੇ ਰਜਵਾੜੇ ਸਨ ਉਹਨਾਂ ਦਾ ਸਿਸਟਮ ਕੁਛ ਇੱਦਾਂ ਦਾ ਸੀ, ਉਹ ਵੀ ਲੋਕਾਂ ਨੂੰ ਲੁੱਟਦੇ ਸਨ। ਉਹ ਤੇ ਲੁੱਟਦੇ ਹੀ ਸਨ, ਧਰਮ ਦੇ ਨਾਂ ਦੇ ਉੱਤੇ ਵੀ ਬੜੀ ਵੱਡੀ ਲੁੱਟ ਹੋ ਰਹੀ ਸੀ, ਜਿੰਦਾ ਜ਼ਿਕਰ ਬਾਣੀ ਵਿੱਚ ਵੀ ਆਉਂਦਾ ਹੈ, ਜਾਂ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ। ਰਾਜੇ ਸ਼ੀ ਮੁਕੱਦਮ ਕੁੱਤੇ, ਇੱਥੋਂ ਤੱਕ ਸ਼ਬਦ ਮਹਾਰਾਜ ਨੂੰ ਵਰਤਨੇ ਪਏ ਕਿ ਪ੍ਰਜਾ ਨੂੰ ਰੱਜ ਕੇ ਲੁੱਟਿਆ ਜਾ ਰਿਹਾ ਸੀ। ਕੇਵਲ ਰਾਜੇ ਰਜਵਾੜੇ ਅਮੀਰ ਲੋਕ ਹੀ ਨਹੀਂ ਸਨ ਲੁੱਟ ਰਹੇ, ਬਲਕਿ ਧਰਮੀ ਲੋਕ। ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ। ਲੋਕਾਂ ਨੂੰ ਕੋਈ ਰਾਹ ਨਹੀਂ ਸੀ ਨਜ਼ਰ ਆ ਰਿਹਾ। ਦਿਨੋਂ ਦਿਨ ਲੁਕਾਈ ਗੁਲਾਮ ਹੁੰਦੀ ਗਈ। ਆਖਰ ਇੱਕ ਸਮਾਂ ਉਹ ਆਇਆ ਜਦੋਂ ਇਸ ਭਾਰਤ ਦੇਸ਼ ਦੇ ਅੰਦਰ ਇੱਕ ਆਜ਼ਾਦੀ ਦੀ ਜਿਹੜੀ ਹੈ ਪਹਿਲੀ ਕਿਰਨ ਜਿਹੜੀ ਆ ਉਹ ਪ੍ਰਗਟ ਹੋਈ, ਜਾਂ ਇੰਝ ਕਹਿ ਲਓ ਵੀ ਇੱਕ ਆਸ ਜਿਹੜੀ ਹੈ ਆਜ਼ਾਦੀ ਦੀ ਉਹ ਇੱਕ ਬੱਝੀ। ਪਹਿਲੀ ਵਾਰ ਇਸ ਭਾਰਤ ਵਰਸ਼ ਦੇ ਅੰਦਰ ਬਾਬਰ ਜਦੋਂ ਆਇਆ ਹੈ ਸਨ 1521 ਵਿੱਚ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹਿਲੀ ਵਾਰ ਬਾਬਰ ਨੂੰ ਜਾਬਰ ਕਿਹਾ, ਪਾਪ ਦੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਹੇ ਬਾਬਰ ਤੂੰ ਜਾਬਰ ਹੈ, ਤੂੰ ਅੱਤ ਦਾ ਬੁੱਛੜਿਆ, ਤੇਰੇ ਕੰਮ ਜਿਹੜੇ ਨੇ ਉਹ ਇਨਸਾਨਾਂ ਵਾਲੇ ਨਹੀਂ, ਤੇਰੇ ਕੰਮ ਸ਼ੈਤਾਨਾਂ ਵਾਲੇ ਨੇ। ਡਾਕਟਰ ਸਰ ਮੁਹੰਮਦ ਇਕਬਾਲ ਨੇ ਇਹ ਬੜੀ ਟਣਕਾ ਕੇ ਗੱਲ ਆਖੀ। ਉਹ ਕਹਿੰਦਾ ਪਹਿਲੀ ਵਾਰ ਜੇ ਕਿਸੇ ਨੇ ਭਾਰਤ ਦੇਸ਼ ਦੇ ਅੰਦਰ
आज़ादी की गल की है तो बाबे नानक ने की है। फिर उठी सदा तौहीद की, वो कहता पंजाब दे विचों एक आवाज़ बुलंद की है। फिर उठी सदा तौहीद की पंजाब से, हिंद को एक मर्द कामल ने जगाया ख्वाब से, कि जेड़ी लुकाई सुती हुई सी, अत दी गुलाम हो चुकी सी, उस गुलाम हुई लुकाई नूं बाबे नानक ने पहली बारी जगाया सी। समा लंघिया, भारत देश की स्वतंत्रता आज़ादी वास्ते जे पहली शहादत किसी ने दी तो गुरु अर्जन देव पातशाह जी ने दी है। अज भारत वर्ष के सारे लोगों को गुरु अर्जन देव पातशाह जी को सजदा करना चाहिए, क्योंकि पातशाह जी की शहादत जिहड़ी है वो अणख गैरत अते सच ते हक की जिहड़ी है शहादत सी। वो जालम दे अगे झुके नहीं, बल्कि हस के तत्ती तवी ते बह के अपना आपा कुर्बान कर दिता। वो चांदनी चौक जिथे गुरु तेग बहादुर महाराज पातशाह जी उसे ही जाबर नूं एक गल कहिंदे ने भी भलिया असी जबरी किसी का धर्म नहीं बदलन देंगे ते ना ही अपना धर्म बदलांगे। साडे घर दे विच ये गल लागू हुंदी है, भै काहू को देत न भै मानत आन। गुरु तेग बहादुर महाराज पातशाह जी की शहादत हुई और 3 सिख अखां दे सामने शहीद किए गए। उस तो बाद धन कलगीधर महाराज पातशाह जी 42 साल की उम्र ते सारे का सारा समा महाराज पातशाह जी का उन्हां हाकमां नूं इस भारत विचों कड्ढण ते लग गया जिन्हां ने इस भारत देश नूं गुलाम बनाया होया सी। हालांकि महाराज नूं अपनियां नाल भी जंगां करनियां पईयां, वो भावें पहाड़ी राजे सन, इत्थों दे हाकम सन। 14 जंगां महाराज ने कीतियां। इहदे वास्ते पातशाह जी नूं आनंदपुरी का त्याग करना पिया, अपना पिता तोड़ना पिया, अपनी माँ शहीद कराउणी पई, बल्कि अपने 4 बच्चे साहिबजादे शहीद कराउणे पे, प्यारे शहीद कराउणे पे, सिख शहीद कराउणे पे। पातशाह जी नूं बड़ा वड्डा जिहड़ा एक संघर्ष जिहड़ा उहदे विचों लंघना पिया। सतगुरु धन गुरु गोबिंद सिंह महाराज ने पहली बार ये गल आखी सी जदों घाई का बूटा पट दिता तीर की नोक नाल ते कह दिता अज तो बाद मुगल हुकूमत की जड़ पुट्टी गई। उस तो बाद समा आया, बाबा बंदा सिंह बहादुर वजीर खां दे नाल लड़दे ने। पहली बार आम लोगों की जे गल किसी ने सुनी सी ते बाबा बंदा सिंह बहादुर ने लोगों नूं जमीनां वापस दित्तियां गईयां, उन्हां दे उत्तों टैक्स हटाए गए ते आम लोकाई नूं सुख दा साह आया। पर इस समय के दौरान भी सिखां नूं बड़ियां कुर्बानियां करनियां पईयां। तकरीबन 100-200 साल अबदाली वर्गे दुरानी वर्गे आउंदे ने, ज़करिया खां वर्गे सैकड़ियां दी हज़ारां दी तादाद दे विच कतलो गारत करते हैं तो सिखां नूं एक बड़ी वड्डी कुर्बानी जिहड़ी आ वो करनी पई है। आखिर वो समा भी एक आया जदों अपने ही गदारां ने अंग्रेज सरकार नाल मिल के, जिन्हां नूं डोगरे कहने आ, क्योंकि भारत देश के अंदरों जे मुगल हुकूमत खत्म हुई तो अंग्रेज आ गए। सन 1849 दे विच अंग्रेज पंजाब ते आके काबज हो गए। इस तो पहला तकरीबन सारे भारत उत्ते उन्हां दा कब्जा हो चुकिया सी। सब तो पहला एक पुर्तगाली वास्को डी गामा भारत की खोज जिन्हों कहते ने की 1469 विच आया। फिर तकरीबन 1606 दे विच जाके मेरे हिसाब नाल ईस्ट इंडिया कंपनी भारत विच आउंदी है, मसालियां दा व्यापार करती है ते हौली हौली करदियां करदियां उन्हें सारे भारत देश उत्ते कब्जा कर लिया। ब्रिटिश राज इस देश उत्ते काबज हो गया, पर पंजाब नूं काबू करना बड़ा औखा सी।
क्योंकि पंजाबियां दे विच वो गुरु साहिबानां दी जिहड़ी सिक्ख्या सी ना वो वसी हुई सी। जे जीवै पत लथी जाए सब हराम जेता किश खाए। गुरु दा हुक्म सी भी अपना आपा कुर्बान कर दिओ किसे तो, पर कदी किसे दे धर्म नूं आँच ना आउण दिओ, बल्कि किसे ते हुंदे जुल्म नूं वेख के चुप ना रहो, बल्कि जालम दा मुकाबला करो। पर अपनियां दी गदारी करके पंजाब दे उत्ते अंग्रेज सरकार काबज हो गई। महाराजा रजीत सिंह दा एक लम्मा राज रहा है, अज भी दुनिया उन्हें याद करती है कि वह जिहा राज अज तक कदी किसी बादशाह का नहीं होया। अज भी लोग याद करते हैं उस राज को। खैर जदों अंग्रेज सरकार का भारत उत्ते पूर्ण तौर पर कब्जा हो गया, तो एक गल मैं एक दिन पहला भी आखी सी भी सिख कदी गुलाम हस्ती नहीं रह सकती, इनू गुलाम बना के नहीं रखा जा सकता, कुदरती ये खून दे विच है। ये आज़ाद ख्यालों का मालक है और सदा आज़ादी नूं मानदा आया है। इहदे वास्ते इनू बड़ी वड्डी कीमत भी चुकानी पई ते इहने चुकाई है, पर इनू कदी गुलामी प्रवान नहीं। हुण ये दात इनू विरसे विचों मिली सी। भारत उत्ते जदों अंग्रेज़ां दा कब्जा हो गया तो पहली बार जे आज़ादी की गल उठी अंग्रेज़ों के खिलाफ, तो वह भी पंजाब की धरती तो। सन 1824 दे विच बर्मा के उत्ते हमला करने वास्ते अंग्रेज सरकार ने फौजी अफसरां नूं आख्या, जिहड़े सिख सन, बहुते सिख सन, उन्हें आख्या भी बर्मा उत्ते हमला करो। याद रखियो उदों बर्मा भारत देश का एक हिस्सा सी। हुण जिहड़े सिपाहियां फौजियां नूं आख्या उन्होंने ना करती भी आपां अपणिआं ते क्यों हमला करिए, साडे अपने भाई ने, अपने भरा ने, असीं उन्हां ते हमला नहीं कर सकते। पर अंग्रेज सरकार ने आख्या भी जे तुसीं साडी गल नहीं मनोगे फिर असीं तुहानूं खत्म कर देंगे। उन्हें आख्या असीं खत्म हो जावांगे पर असीं अपने भाइयों ते इस तरह वार नहीं करांगे। आखिर वो जिहड़ी गिणती है तकरीबन 800-900 की गिणती सी, जिन्हां विचों 500 तो वध सिख सन। ये 1824 नूं अंग्रेज़ां ने इन्हां सारी दी सारी पलटन नूं खत्म कर दिता, मार दिता। उस तो बाद असाम दे विच एक विद्रोह शुरू हो गया। हुण असाम दे विच ये विद्रोह शुरू होया भी अंग्रेज सरकार ये चाहुंदी सी भी लोकां दे विच आपसी जिहड़ा है मतभेद पैदा किया जाए, ताकि लोकां विच आपसी मतभेद पैदा होवे, झगड़े शुरू होणगे, लड़ाइयां शुरू होणगियां, आपस च लड़ के मर जाणगे। एक राजनीति का एक तरीका है। उन्होंने हुण इत्थे भी यतन किए भी असाम दे विच भी ये लोग फौजी अफसर जिहड़े आपस दे विच लड़न, पर उन्होंने जदों इस तरह आपस दे विच लड़न तो इनकार कर दिता तो अंग्रेज़ां ने उन्होंने भी उत्थे खत्म कर दिता। उन्हां दी भी गिणती तकरीबन 300 के लगभग सी, बहुते सिख सन। फिर समा आया यूपी के इलाके दे विच एक विद्रोह शुरू हो गया। रुड़की का इलाका है, इस इलाके दे विच कुछ देश भगत गुजर रहिंदे सन, जिन्हां अंदर जज्बा सी देश प्रति। भारत देश की जिहड़ी उस समय गौरमेंट या ब्रिटिश सरकार आ, वो जिधर भी वेखती सी ना भी किते देश भगती की गल हुंदी होवे, वो उस वेले उस नूं दबाउण दा यतन करदी सी। जदों यूपी दे विच इन्हां गुजरां ने, हालांकि इन्हां विचों बहुते सिख सन, जदों इन्हां ने सरकार का विद्रोह शुरू किया तो याद रखना उस समय इन्हां नूं भी खत्म किया गया। इन्हां विचों भी बहुते सिख सन। एक संघर्ष शुरू हो गया देश की आज़ादी विच।
पर जिहड़ा सब तो वड्डा रोल अदा कीता है ना, वो हुंदा 1868 दे विच बाबा राम सिंह। ये बाबा राम सिंह वो ने जिहड़े पहले मुखी सन कुकियां दे, जिन्हों आपां नामधारी कहने हैं ना, भी नामधारी एक संप्रदाय आ जिंदा मुੱਢ बाबा राम सिंह ने बन्निया सी। बाबा राम सिंह ने पहली बार देश की आज़ादी लई गल कीती सी ते उन्होंने नौजवानों नूं इकट्ठियां करके ते एक गल आखी सी इस भारत देश के लोगों नूं भी हुण देश बहुता समा गुलाम नहीं रहेगा, आज़ाद हो जाएगा अंग्रेज़ों तो भी। लोगों में ये गल भरती क्योंकि लोग बड़े मायूस ते निराश हो गए सन, ढैंदी कला में जा रहे सन। बाबा राम सिंह ने इन्हों चढ़ती कला में लैके आंदा, घबराओ ना, बहुत जल्दी ही आप फिर भारत देश के आज़ाद हस्ती के मालक बन जावांगे, इन्हां अंग्रेज़ों को देश विचों कढ़ देंगे। पर एक बड़ी वड्डी मुश्किल सी, भारत देश अंदर जिहड़े लोग रजवाड़े सन उन्हां दी एक मानसिकता कम करदी सी भी एक सिख हो के ते अंदोलन नूं इन्नी तरक्की ते लै जावे किवें हो सकदा है। तां उन्हां दी ईरखा वस वो बाबा राम सिंह नूं उस समय जिन्हां ने नौजवानों नूं इकट्ठियां करके एक लहर चला दी सी कि भारत नूं देश नूं आज़ाद कराउणा है। बहुते बुच्चड़खाने जिहड़े अंग्रेज़ां ने बनाए सन अमृतसर के इलाके विच, फिरोजपुर के इलाके विच, वो नामधारी सिखां ने जाके वो खत्म किए सन। ते उनका सीधा संबंध सी भी अंग्रेज़ सरकार के खिलाफ बगावत करनी। ते होया कि बाबा राम सिंह उन्हां ते दोष लाया गया भी तुसी देश के अंदर बगावत पैदा कर रहे हो। बाबा राम सिंह नूं बर्मा दे विच उत्थे उस समय नज़रबंद कर दिता गया ते सारी जिंदगी उत्थे ही रहे, फिर उत्थे खत्म हो गए। वो कूका लहर, नामधारी लहर, इन्हां विचों तकरीबन 99 सिख जिहड़े अनशहीद होए, जिहड़े कि तोफां दे अगे बन के ते उड़ा दिते गए, अंग्रेज़ां ने उड़ाए सन। हुण तुसीं अंदाज़ा लाओ भी पंजाब दी धरती दे तो किवें देश की आज़ादी वास्ते संघर्ष शुरू होया सी। इस तो बाद जदों आपां नज़र मारीए तो 1907 दे विच सरदार भगत सिंह दे चाचा जी सरदार अजीत सिंह जिन्हां एक नारा लाया सी पगड़ी संभाल जट्टा, ये नारा लाया सी उन्होंने भी भलिया तेरी पग अज इन्हां सरकारां दे गाहे वगाहे रुलदी पई है, अपनी पग नूं संभाल। इन्हां ने भी एक अंदोलन शुरू किया सी। आखिर ये अमरीका की धरती ते गए, बहुत सारे सिख जिहड़े हन उस समय अमरीका कनेडा की धरती ते जान लग पे सन। ये तकरीबन 1905, 6, 7, 9, 10 इहदे विच बहुत सारे सिख या भारतीयां ने कनेडा ते अमरीका दे विच जमीन जायदादां खरीद के उत्थे रहन लगे सन, काम लगे सन करन। सरदार अजीत सिंह जदों कैलीफोर्निया गए ने, उत्थे इन्हां ने एक पार्टी का गठन किया जिन्हों आख्या गया गदर लहर। गदर लहर जिहड़ी इत्थों एक पत्रिका शुरू की जिन्हों गदर पत्रिका आख्या गया, जिंदे विच अंदोलनकारियां नूं ये सूह दी जाती सी भी अज आपां की मता पास कर रहे हैं, तो आने वाले समय में आपां भारती हकूमत ब्रिटिश सरकार के खिलाफ की फैसला लेना है। उस गदर पत्रिका के राही लोगों को जागरूक किया जाता सी। हुण इन्हां दिनां दे विच एक नौजवान सरदार करतार सिंह सराभा, बड़ी निक्की उम्र सी, ये भी निक्की उम्र दे विच कनेडा की धरती ते गया। घरों गया तो इस करके सी भी बहुत सारे पैसे कमावांगा जाके, पर जदों उत्थे बंदरगाह ते उतरिया तो अंग्रेज अफसर ने अपने बंदियां नूं ते जान दिता, पर भारतीयां नाल बड़ा बदसलूक किया। निक्की उम्र सी। करतार सिंह सराभा ने आख्या ये इस तरह क्यों? तो एक अंग्रेज अफसर ने आख्या तुसीं गुलाम हो,
ਤੇ ਗੁਲਾਮਾਂ ਨਾਲ ਇਹੋ ਜਿਹਾ ਵਤੀਰਾ ਹੁੰਦਾ ਹੈ। ਜਦੋਂ ਇੰਨੀ ਗੱਲ ਆਖੀ ਤੇ ਇਸ ਨੌਜਵਾਨ ਦੇ ਦਿਲ ਤੇ ਉਹ ਸੱਟ ਵੱਜੀ। ਉਹ ਆਂਦਾ ਅੱਜ ਮੈਂ ਅੱਜ ਤੋਂ ਬਾਅਦ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਹੀ ਮੈਂ ਸੰਘਰਸ਼ ਕਰਾਂਗਾ। ਇਹ ਤਕਰੀਬਨ ਨਿੱਕੀ ਉਮਰ ਹੀ ਸੀ, ਇਹਨੇ ਬੜਾ ਇੱਕ ਸੰਘਰਸ਼ ਕੀਤਾ। ਉੱਥੇ ਇੱਕ ਲਹਿਰ ਜਿਹੜੀ ਆ ਚੱਲੀ ਸੀ ਜਿਹਨੂੰ ਬੱਬਰ ਅਕਾਲੀ ਲਹਿਰ ਕਹਿੰਦੇ ਨੇ। ਇਹ ਉਸ ਸਮੇਂ ਵੈਨਕੂਵਰ ਕੈਨੇਡਾ ਦੇ ਵਿੱਚ ਤੇ ਕੈਲੀਫੋਰਨੀਆ ਅਮਰੀਕਾ ਵਿੱਚ ਗਦਰ ਪਾਰਟੀ ਦਾ ਗਠਨ ਹੋਇਆ ਸੀ। ਹੁਣ ਇਹ ਕਰਤਾਰ ਸਿੰਘ ਸਰਾਭਾ ਭਾਰਤ ਦੇਸ਼ ਵਿੱਚ ਆਇਆ। ਇਹਨੇ ਉਸ ਸਮੇਂ ਬੜੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ, ਪਰ ਇਹਦੀਆਂ ਨਜ਼ਰਾਂ ਜਿਹੜੀਆਂ ਹਨ ਉਹ ਭਾਵੇਂ ਦੇਸ਼ ਦੀ ਆਜ਼ਾਦੀ ਵੱਲ ਸਨ, ਪਰ ਕੁਝ ਵਿੱਚ ਐਸੇ ਲੋਕ ਸਨ ਗਦਾਰ ਜਿਨ੍ਹਾਂ ਨੇ ਸਰਦਾਰ ਕਰਤਾਰ ਸਿੰਘ ਸਰਾਭਾ ਤੇ ਹੋਰ ਕ੍ਰਾਂਤੀਕਾਰੀਆਂ ਨੂੰ ਫੜਾ ਦਿੱਤਾ ਤੇ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਨਿੱਕੀ ਉਮਰ ਦੇ ਵਿੱਚ ਹੀ ਫਾਂਸੀ ਹੋ ਗਈ ਸੀ। ਅੰਗਰੇਜ਼ਾਂ ਨੇ ਫਾਂਸੀ ਤੇ ਚੜ੍ਹਾ ਦਿੱਤਾ ਸੀ। ਇਸ ਤੋਂ ਬਾਅਦ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤੇ ਇੱਕ ਬੜਾ ਪੱਖ ਬੜਾ ਵਧੀਆ ਹੋਰ ਹੁੰਦਾ ਹੈ। ਸਰਦਾਰ ਗੁਰਦਿੱਤ ਸਿੰਘ ਇਹ ਸਰਹਾਲੀ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਇਹ ਮਲੇਸ਼ੀਆ ਦੀ ਧਰਤੀ ਦੇ ਉੱਤੇ ਨੌਕਰੀ ਕਰਦੇ ਸਨ, ਠੇਕੇਦਾਰੀ ਦਾ ਕੰਮ ਕਰਦੇ ਸਨ। ਇਹ ਬੜੇ ਸੂਝਵਾਨ ਸਨ। ਉਹਨਾਂ ਸਮਿਆਂ ਦੇ ਅੰਦਰ ਬ੍ਰਿਟਿਸ਼ ਗੌਰਮੈਂਟ ਨੇ ਇੱਕ ਕਾਲਾ ਕਾਨੂੰਨ ਲਾਗੂ ਕਰਤਾ ਸੀ ਵੀ ਭਾਰਤੀਆਂ ਨੂੰ ਵਿਦੇਸ਼ੀ ਧਰਤੀ 'ਤੇ ਨਹੀਂ ਆਉਣ ਦੇਣਾ, ਬੈਨ ਕਰ ਦਿੱਤਾ ਉਹਨਾਂ ਨੇ। ਹੁਣ ਜਿਹੜੇ ਲੋਕ ਪਹਿਲਾਂ ਹੀ ਪਹੁੰਚੇ ਹੋਏ ਸਨ ਬੰਦਰਗਾਹਾਂ ਦੇ ਉੱਤੇ, ਉਹ ਵਿਚਾਰੇ ਰੁਲਦੇ ਫਿਰਦੇ ਸਨ। ਮੰਨ ਲਓ ਹੁਣ ਜਿਹੜੇ ਜ਼ਮੀਨ ਜਾਇਦਾਦ ਇੱਥੋਂ ਵੇਚ ਕੇ ਅੱਗੇ ਚਲੇ ਗਏ ਤੇ ਉਹਨਾਂ ਨੂੰ ਫਿਰ ਅੱਗੇ ਜਿਵੇਂ ਮੰਨ ਲਓ ਵੀ ਚਾਈਨਾ ਦੇ ਸ਼ੰਘਾਈ ਬੰਦਰਗਾਹ 'ਤੇ ਜਿਹੜੇ ਰੁਕੇ ਨੇ ਜਾਂ ਜਾਪਾਨ ਰੁਕੇ ਸਨ ਜਾਂ ਹਾਂਗਕਾਂਗ ਰੁਕੇ ਸਨ, ਉਹ ਅੱਗੇ ਨਹੀਂ ਸਨ ਜਾ ਸਕਦੇ। ਸਰਦਾਰ ਗੁਰਦਿੱਤ ਸਿੰਘ ਨੇ ਉਸ ਸਮੇਂ ਇੱਕ ਮਤਾ ਪਕਾਇਆ, ਕਿਉਂ ਨਾ ਆਪਣਾ ਇੱਕ ਜਹਾਜ਼ ਜਿਹੜਾ ਕਿਰਾਏ 'ਤੇ ਲਿਆ ਜਾਵੇ। ਇੱਕ ਜਹਾਜ਼ ਲੈ ਕੇ, ਇਹ ਸਨ 1914 ਦੀ ਗੱਲ ਜੇ, ਮਈ ਮਹੀਨੇ ਵਿੱਚ ਇੱਕ ਜਹਾਜ਼ ਕਿਰਾਏ 'ਤੇ ਲਿਆ ਗਿਆ। ਜਿਹੜਾ ਜਾਪਾਨੀ ਜਹਾਜ਼ ਸੀ ਉਹਦਾ ਨਾਂ ਸੀ ਕਾਮਾਗਾਟਾ ਮਾਰੂ। ਉਹ ਜਹਾਜ਼ ਖਰੀਦਿਆ ਨਹੀਂ, ਕਿਰਾਏ 'ਤੇ ਲਿਆ। ਤੇ ਕਿਰਾਏ 'ਤੇ ਲੈਣ ਬਾਅਦ ਹਾਂਗਕਾਂਗ ਵਿਖੇ ਉਹ ਸਾਰੇ ਕਾਗਜ਼ ਪੱਤਰ ਜਿਹੜੇ ਸਨ ਉਹ ਸਾਰੇ ਲੈ ਕੇ ਤੇ ਉਸ ਤੋਂ ਬਾਅਦ ਮੁਸਾਫਰਾਂ ਨੂੰ ਨਾਲ ਲੈ ਕੇ ਤੇ ਸਰਦਾਰ ਗੁਰਦਿੱਤ ਸਿੰਘ ਕੈਨੇਡਾ ਦੀ ਧਰਤੀ ਨੂੰ ਤੁਰ ਪਏ। ਬੜਾ ਲੰਮਾ ਸਫ਼ਰ ਕਰਨ ਤੋਂ ਬਾਅਦ ਜਦੋਂ ਇਹ ਜਹਾਜ਼ ਕੈਨੇਡਾ ਦੀ ਧਰਤੀ 'ਤੇ ਪਹੁੰਚਿਆ ਨਾ ਤੇ ਬੰਦਰਗਾਹ ਦੇ ਨੇੜੇ ਪਹੁੰਚਣ ਲੱਗਾ ਤੇ ਉਹਨਾਂ ਨੇ ਨੇੜੇ ਨਹੀਂ ਲੱਗਣ ਦਿੱਤਾ। ਉਹਨਾਂ ਆਖਿਆ ਤੁਹਾਨੂੰ ਉਤਰਨ ਨਹੀਂ ਦਿੱਤਾ, ਭਾਰਤੀਆਂ ਨੂੰ ਬਿਲਕੁਲ ਵੀ ਅਲਾਉਡ ਨਹੀਂ ਵੀ ਇੱਥੇ ਉਤਰਨ ਦਿੱਤਾ ਜਾਵੇ, ਤੁਸੀਂ ਭਾਰਤ ਦੇਸ਼ ਵਿੱਚ ਬੜਾ ਵਿਦਰੋਹ ਕਰ ਰਹੇ ਹੋ, ਇਸ ਕਰਕੇ ਤੁਹਾਨੂੰ ਇੱਥੇ ਨਹੀਂ ਉਤਰਨ ਦਿੱਤਾ ਜਾਵੇਗਾ। ਉਹਨਾਂ ਆਖਿਆ ਸਾਡੇ ਭੈਣ ਭਾਈ ਇੱਥੇ ਰਹਿੰਦੇ ਨੇ, ਆਪਾਂ ਉਹਨਾਂ ਨੂੰ ਮਿਲਣ ਆਏ ਆ। ਉਹਨਾਂ ਆਖਿਆ ਬਿਲਕੁਲ ਵੀ ਨਹੀਂ। ਹੁਣ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਸਨ ਉਹਨਾਂ ਅੰਦਰ ਵੀ ਇੱਕ ਲਹਿਰ ਸ਼ੁਰੂ ਹੋ ਗਈ ਵੀ ਸਾਡੇ ਭੈਣ ਭਾਈ ਮਿਲਣ ਵਾਸਤੇ ਆਏ ਨੇ। ਆਖਰ ਸਰਦਾਰ ਗੁਰਦਿੱਤ ਸਿੰਘ ਹੋਰਾਂ ਨੇ ਆਖਿਆ ਵੀ ਸਾਡੇ ਕੋਲ ਖਾਣ ਨੂੰ ਕੁਝ ਨਹੀਂ, ਘੱਟੋ ਘੱਟ ਸਾਨੂੰ ਖਾਣ ਨੂੰ ਤੇ ਕੁਝ ਜਿਹੜਾ ਮਾਇਆ ਦੇ ਦਿਓ, ਪੈਸੇ ਦੇ ਦਿਓ, ਅਸੀਂ ਵਾਪਸ ਮੁੜ ਜਾਵਾਂਗੇ, ਸਾਡਾ ਇੰਨਾ ਖਰਚਾ ਹੋਇਆ। ਪਰ ਉਹਨਾਂ ਨੇ ਇੱਕ ਨਾ ਮੰਨੀ। ਆਖਰ 2 ਮਹੀਨੇ ਉਹ ਜਹਾਜ਼ ਉਹ ਬੰਦਰਗਾਹ ਦੇ ਲਾਗੇ ਖਲੋਤਾ ਰਿਹਾ। ਕਿੰਨਾ ਹਾਲਾਤਾਂ ਵਿੱਚ ਉਹਨਾਂ ਨੇ ਸਮਾਂ ਕੱਟਿਆ ਹੋਵੇਗਾ। ਆਖਰ ਇੱਕ ਦਿਨ ਕੈਨੇਡਾ ਸਰਕਾਰ ਦੇ ਅਫਸਰਾਂ ਨੇ ਉਹ ਗੋਲੀ ਚਲਾ ਦਿੱਤੀ। ਇੱਧਰੋਂ ਜਿਹੜੇ ਜਹਾਜ਼ ਦੇ ਅੰਦਰ ਸਨ ਇਹਨਾਂ ਨੇ ਵੀ, ਜਿਹੜੇ ਉਹ ਸਿਪਾਹੀ ਆਏ ਇਹਨਾਂ ਨੇ ਵੀ ਅੱਗੋਂ ਫਿਰ ਕੋਲੇ ਉਹਨਾਂ ਦੇ ਹੱਥਾਂ ਵਿੱਚ ਸਨ, ਉਹਨੇ ਕੋਲੇ ਮਾਰੇ। ਉਹਨਾਂ ਆਖਿਆ ਅਸੀਂ ਵੀ ਨਹੀਂ ਬਚਾਂਗੇ ਪਰ ਤੁਹਾਨੂੰ ਵੀ ਆਪਾਂ ਛੱਡਾਂਗੇ ਨਹੀਂ। ਪਰ ਜਿਹੜੇ ਕੈਨੇਡਾ ਦੇ ਅੰਦਰ ਵਸਨੀਕ ਸਨ, ਜਿਹੜੇ ਕਿ ਉਸ ਸਮੇਂ ਬੱਬਰ ਅਕਾਲੀ ਜਾਂ ਗਦਰ ਲਹਿਰ ਨਾਲ ਜੁੜੇ ਸਨ, ਉਹਨਾਂ ਫਿਰ ਇੱਕ ਐਲਾਨ ਕਰਤਾ ਵੀ ਅਸੀਂ ਸਾਰੇ ਵੈਨਕੂਵਰ ਸ਼ਹਿਰ ਨੂੰ ਉਡਾ ਦਿਆਂਗੇ ਜੇ ਤੁਸੀਂ ਉਹ ਜਹਾਜ਼ ਵਿਚਲੇ ਸਿੱਖਾਂ ਨੂੰ ਕੁਝ ਆਖਿਆ। ਤੇ ਆਖਰ ਕੈਨੇਡਾ ਸਰਕਾਰ ਨੂੰ ਝੁਕਣਾ ਪਿਆ
ਤੇ ਇਧਰੋਂ ਉਹ ਜਹਾਜ਼ ਲੈ ਕੇ ਕੁਝ ਰਸਦ ਪਾਣੀ ਇਹਨਾਂ ਨੂੰ ਦਿੱਤਾ ਗਿਆ ਤੇ ਸਰਦਾਰ ਗੁਰਦਿੱਤ ਸਿੰਘ ਉਸ ਕਾਮਾਗਾਟਾ ਮਾਰੂ ਜਹਾਜ਼ ਨੂੰ, ਜਿੰਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਸੀ, ਯਾਦ ਰੱਖਿਓ, ਕਾਮਾਗਾਟਾ ਮਾਰੂ ਜਹਾਜ਼ 1914 ਵਿੱਚ ਸਰਦਾਰ ਗੁਰਦਿੱਤ ਸਿੰਘ ਨੇ ਜਾਪਾਨ ਤੋਂ ਇਹ ਕਿਰਾਏ ਤੇ ਲਿਆ ਸੀ। ਕੈਨੇਡਾ ਦੀ ਧਰਤੀ ਤੇ ਇਹਨੂੰ ਜਾਣ ਨਹੀਂ ਦਿੱਤਾ। ਇਹਦਾ ਨਾਂ ਸੀ ਗੁਰੂ ਨਾਨਕ ਜਹਾਜ਼। ਉੱਥੋਂ ਹੀ ਵਾਪਸ ਆਇਆ। ਰਾਹ ਵਿੱਚ ਇਹਨਾਂ ਨੂੰ ਫਿਰ ਨਾ ਹਾਂਗਕਾਂਗ ਤੇ ਨਾ ਸ਼ੰਘਾਈ ਇਹਨਾਂ ਨੂੰ ਕਿਤੇ ਰੁਕਣ ਨਹੀਂ ਦਿੱਤਾ। ਇਹ ਭਾਰਤ ਆ ਗਏ। ਜਦੋਂ ਆਏ ਤੇ ਕਲਕੱਤਾ ਤੋਂ 17 ਮੀਲ ਦੂਰ ਬਜਬਜ ਘਾਟ ਇੱਕ ਬੰਦਰਗਾਹ ਹੈ, ਅੱਜ ਵੀ ਇਹ। ਜਦੋਂ ਉੱਥੇ ਜਹਾਜ਼ ਆਇਆ ਤੇ ਉੱਥੇ ਵੀ ਉਹਨਾਂ ਨੇ, ਜਿਹੜੇ ਬ੍ਰਿਟਿਸ਼ ਸਰਕਾਰ ਦੇ ਅਫਸਰ ਸਨ, ਫੌਜੀ ਸਨ, ਉਹਨਾਂ ਨੇ ਵੀ ਇਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ। ਉਹਨਾਂ ਆਖਿਆ ਤੁਸੀਂ ਰੁਕੋ, ਪਹਿਲਾਂ ਤਲਾਸ਼ੀ ਲਈ ਜਾਵੇਗੀ। ਉਹਨਾਂ ਤਲਾਸ਼ੀ ਲਈ, ਬਾਅਦ ਵਿੱਚ ਸਾਰਿਆਂ ਨੂੰ ਉਤਾਰਿਆ। ਉਹਨਾਂ ਆਖਿਆ ਵੀ ਤੁਹਾਨੂੰ ਸਾਰਿਆਂ ਨੂੰ ਰੇਲ ਵਿੱਚ ਬਿਠਾ ਕੇ ਪੰਜਾਬ ਛੱਡਿਆ ਜਾਵੇਗਾ, ਪਰ ਉਹਨਾਂ ਦਾ ਮੰਨਣਾ ਸੀ ਨਹੀਂ, ਅਸੀਂ ਪੰਜਾਬ ਕਿਉਂ ਜਾਈਏ, ਸਾਡੇ ਨਾਲ ਇੰਨੀ ਮਾੜੀ ਹੋਈ ਹੈ, ਅਸੀਂ ਕਾਨੂੰਨ ਦਾ ਸਹਾਰਾ ਲੈ ਕੇ ਤੇ ਇਹ ਆਜ਼ਾਦੀ ਦੀ ਲੜਾਈ ਲੜਾਂਗੇ। ਉਹ ਕਲਕੱਤੇ ਵਿੱਚ ਉਤਰਨਾ ਚਾਹੁੰਦੇ ਸਨ, ਪਰ ਉਹਨਾਂ ਨੇ ਨਾ ਕਰ ਦਿੱਤੀ। ਇਸੇ ਹੀ ਦਰਮਿਆਨ ਅੰਗਰੇਜ਼ ਸਰਕਾਰ ਨੇ ਉਹ ਜਹਾਜ਼ ਦੇ ਯਾਤਰੀਆਂ ਤੇ ਗੋਲੀ ਚਲਾ ਦਿੱਤੀ, ਜਿਨ੍ਹਾਂ ਵਿੱਚੋਂ 113 ਸ਼ਹੀਦ ਹੋਏ ਤੇ ਤਕਰੀਬਨ 67 ਸ਼ਹੀਦ ਉਹ ਨੇ ਜਿਹੜੇ ਸਿੱਖ ਸਨ। 113 ਸ਼ਹੀਦ ਉੱਥੇ ਹੋਏ ਬਜਬਜ ਘਾਟ ਦੇ ਉੱਤੇ, ਬਹੁਤੇ ਸਿੱਖ ਸਨ। ਹੁਣ ਇਸ ਸਮੇਂ ਇਸ ਘਟਨਾ ਨੇ ਪੂਰੇ ਦੇਸ਼ ਦੇ ਅੰਦਰ ਇੱਕ ਅੰਦੋਲਨ ਸ਼ੁਰੂ ਕਰ ਦਿੱਤਾ ਵੀ ਇੰਨੀ ਜਾਤੀ, ਇੰਨਾ ਧੱਕਾ। ਮਹਾਤਮਾ ਗਾਂਧੀ ਨੇ ਇੱਕ ਗੱਲ ਆਖੀ ਸੀ 1918 ਦੇ ਵਿੱਚ। ਉਹ ਕਹਿੰਦਾ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਇੱਕ ਸ਼ਾਂਤੀ ਅੰਦੋਲਨ, ਜਿਹੜਾ ਅਹਿੰਸਾ ਦਾ ਅੰਦੋਲਨ ਚਲਾਉਣਾ ਪਵੇਗਾ। ਪਰ ਚਲਾਵੇ ਕੌਣ? ਕਿਸੇ ਵਿੱਚ ਇੰਨੀ ਹਿੰਮਤ ਜ਼ਰੂਰਤ ਨਹੀਂ, ਚਲਾਵੇ ਕੌਣ? ਹੁਣ ਅਕਾਲੀਆਂ ਨੇ ਆਖਿਆ ਵੀ ਅਸੀਂ ਚਲਾਵਾਂਗੇ, ਸਾਡੇ ਤਾਂ ਖੂਨ ਵਿੱਚ ਹੈ। ਜਦੋਂ ਇਹ ਗੱਲ ਆਖੀ ਤੇ 1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਇੱਕ ਬੜਾ ਵੱਡਾ ਅੰਦੋਲਨ ਪਿਆ ਹੁੰਦਾ ਸੀ। ਜਨਰਲ ਡਾਇਰ ਨੇ ਗੋਲੀਆਂ ਚਲਾਈਆਂ ਤੇ ਉਹਦੇ ਵਿੱਚ ਤਕਰੀਬਨ ਬਹੁਤ ਸਾਰੇ ਲੋਕ ਜਿਹੜੇ ਹਨ ਗੋਲੀਆਂ ਨਾਲ ਭੁੰਨ ਕੇ ਤੇ ਖਤਮ ਕਰ ਦਿੱਤੇ ਗਏ। ਬੜੇ ਸਾਰੇ ਜਿਹੜੇ ਹਨ ਉਹ ਸ਼ਹੀਦ ਕੀਤੇ ਗਏ। 1300 ਦੇ ਵਿੱਚੋਂ ਤਕਰੀਬਨ ਕੁਝ 799 ਜਿਹੜੇ ਨੇ ਸਿੱਖ ਸਨ। ਔਰ ਇਹਦਾ ਬਦਲਾ ਬਾਅਦ ਵਿੱਚ ਸਰਦਾਰ ਊਧਮ ਸਿੰਘ ਨੇ, ਜੋ ਕਿ ਲੰਡਨ ਵਿੱਚ ਜਾ ਕੇ ਜਨਰਲ ਡਾਇਰ ਨੂੰ ਮਾਰ ਕੇ ਤੇ ਬਦਲਾ ਲਿਆ ਸੀ। ਸਨ 1921 ਦੇ ਵਿੱਚ 21-22 ਦੇ ਦਰਮਿਆਨ ਇੱਕ ਹੋਰ ਕੜੀ ਜੁੜਦੀ ਹੈ ਨਾਲ, ਕਿਉਂਕਿ ਤੁਸੀਂ ਵੇਖੋਗੇ ਕੜੀ ਜੁੜਦੀ ਹੀ ਜਾਣੀ ਹੈ ਅੱਗੇ ਦੇਸ਼ ਦੀ ਆਜ਼ਾਦੀ ਤੱਕ, ਇਹ ਕੜੀ ਜੁੜਦੀ ਹੀ ਜਾਣੀ ਹੈ। ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਵਾਜ਼ ਬੁਲੰਦ ਕੀਤੀ ਸੀ। ਪਹਿਲਾਂ ਮੁਗਲਾਂ ਤੋਂ ਆਜ਼ਾਦ ਕਰਾਇਆ, ਤੁਰਕਾਂ ਤੋਂ ਆਜ਼ਾਦ ਕਰਾਇਆ, ਹੁਣ ਅੰਗਰੇਜ਼ਾਂ ਦੀ ਵਾਰੀ ਆਈ। ਉਦੋਂ ਵੀ ਆਜ਼ਾਦੀ ਦੀ ਗੱਲ ਜਦੋਂ ਆਈ ਹੈ ਤਾਂ ਸਿੱਖ ਜਿਹੜੇ ਹਨ ਸੰਘਰਸ਼ ਕਰਦੇ ਨੇ। ਅਕਾਲੀਆਂ ਨੇ ਉਸ ਸਮੇਂ ਇੱਕ ਮੋਰਚਾ ਲਾਇਆ ਸੀ। ਪਿਛਲੇ ਦਿਨ ਆਪਾਂ ਸ਼ਤਾਬਦੀ ਮਨਾਈ ਹੈ, ਮੋਰਚਾ ਗੁਰੂ ਕਾ ਬਾਗ। ਇਹ ਮੋਰਚਾ ਗੁਰੂ ਕਾ ਬਾਗ, ਜਿਹਦੇ ਵਿੱਚ ਸਿੱਖਾਂ ਨੇ ਆਖਿਆ ਸੀ ਵੀ ਆਪਾਂ ਹਥਿਆਰ ਨਹੀਂ ਚੁੱਕਣਾ। ਹਾਲਾਂਕਿ ਉਹਦੇ ਵਿੱਚ ਬਹੁਤ ਸਾਰੇ ਫੌਜੀ, ਰਿਟਾਇਰ ਫੌਜੀ ਵੀ ਸਨ। ਉਹਨਾਂ ਆਖਿਆ ਹਥਿਆਰ ਨਹੀਂ ਚੁੱਕਣਾ। ਉਹ ਸਥਾਨ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਚਰਨ ਛੋਹ ਪ੍ਰਾਪਤ ਤੇ, ਇਸ ਕਰਕੇ ਸ਼ਾਂਤਮਈ ਢੰਗ ਦੇ ਨਾਲ ਮੁਕਾਬਲਾ ਕਰਾਂਗੇ। ਆਪਾਂ ਨੂੰ ਇਹ ਤਾਂ ਪਤਾ ਵੀ ਲਾਲਾ ਲਾਜਪਤ ਰਾਏ ਦੇ ਇੱਕ ਡੰਗ ਪਈ ਸੀ ਤੇ ਉਹ ਸ਼ਹੀਦੀ ਪਾ ਗਿਆ ਸੀ। ਮੋਰਚਾ ਗੁਰੂ ਕੇ ਬਾਗ ਵਿੱਚ ਸਰਦਾਰ ਸ਼ਾਮ ਸਿੰਘ 97 ਡਾਂਗਾਂ ਸਿਰ 'ਚ ਮਾਰੀਆਂ ਸਨ ਅਫਸਰ ਨੇ, ਤੇ ਤਾਂ ਵੀ ਹਰ ਵਾਰ ਉੱਠ ਖਲੋਂਦਾ ਸੀ। 98 ਵਾਰ ਜਦੋਂ ਨੇ ਡਾਂਗ ਮਾਰੀ ਤਾਂ ਸ਼ਹੀਦੀ ਪਾਈ ਸੀ। ਇਹੋ ਜਿਹੇ ਸੂਰਮੇ, ਇਹੋ ਜਿਹੇ ਯੋਧੇ ਨੇ। ਹੁਣ ਥੋੜ੍ਹਾ ਸਮਾਂ ਆਪਾਂ ਹੋਰ ਅੱਗੇ ਚੱਲੀਏ। ਇਹਨਾਂ ਦਰਮਿਆਨ ਇੱਕ ਹੋਰ ਲਹਿਰ ਚੱਲੀ ਹੈ, ਗੁਰਦੁਆਰਾ ਸੁਧਾਰ ਲਹਿਰ, ਜਿਹਦੇ ਵਿੱਚ ਬੱਬਰ ਅਕਾਲੀਆਂ ਨੇ ਬੜਾ ਵੱਡਾ ਇੱਕ ਸੰਘਰਸ਼ ਕੀਤਾ।
ਗੁਰਦੁਆਰਾ ਸੁਧਾਰ ਲਹਿਰ, ਗੁਰਦੁਆਰਿਆਂ ਦੀ ਪਵਿੱਤਰਤਾ ਨੂੰ ਕਾਇਮ ਕਰਨ ਵਾਸਤੇ ਜਿਹੜਾ ਸੰਘਰਸ਼ ਅੰਗਰੇਜ਼ ਸਰਕਾਰ ਦੇ ਖਿਲਾਫ, ਉਹ ਭਾਵੇਂ ਮਹੰਤਾਂ ਨੂੰ ਗੁਰਦੁਆਰਿਆਂ ਵਿੱਚੋਂ ਬਾਹਰ ਕੱਢਣਾ ਸੀ, ਪਰ ਇਹਦਾ ਇੱਕੋ ਇੱਕ ਹੀ ਮਕਸਦ ਸੀ ਵੀ ਅੰਗਰੇਜ਼ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨੀ। ਔਰ ਜਦੋਂ ਆਪਾਂ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਕਰਦੇ ਹਾਂ ਤੇ ਇਸ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਤਕਰੀਬਨ ਹਜ਼ਾਰਾਂ ਦੀ 500 ਦੇ ਤਕਰੀਬਨ ਤਾਂ ਸ਼ਹੀਦ ਹੋਏ ਸਿੱਖ, 30,000 ਦੇ ਤਕਰੀਬਨ ਉਹ ਨੇ ਜਿਨ੍ਹਾਂ ਨੇ ਜੇਲਾਂ ਕੱਟੀਆਂ ਤੇ 10 ਲੱਖ ਦਾ ਜੁਰਮਾਨਾ ਭਰਿਆ। ਇਹ ਉਹ ਨੇ ਅੰਗਰੇਜ਼ ਸਰਕਾਰ ਦੇ ਖਿਲਾਫ ਜਿਨ੍ਹਾਂ ਨੇ ਜੱਦੋ ਜਹਿਦ ਕੀਤੀ। ਉਸ ਤੋਂ ਬਾਅਦ ਦਾ ਸਮਾਂ ਆਉਂਦਾ ਹੈ ਜਿਹੜੀ ਨੈਸ਼ਨਲ ਕਾਂਗਰਸ ਲੀਡਰਸ਼ਿਪ ਸੀ, ਇਹਨਾਂ ਬੜੀ ਚਲਾਕੀ ਦੇ ਨਾਲ ਸਿੱਖਾਂ ਦੀ ਵਰਤੋਂ ਕੀਤੀ ਹੈ, ਸਿੱਖਾਂ ਨੂੰ ਵਰਤਿਆ, ਅਕਾਲੀਆਂ ਦੀ ਵਰਤੋਂ ਕੀਤੀ ਹੈ। ਇਹ ਮੰਨਣਾ ਪਵੇਗਾ ਸਾਡੀ ਲੀਡਰਸ਼ਿਪ ਬਿਲਕੁਲ ਨਾ ਸਮਝ ਸੀ, ਭਾਵੇਂ ਕਿ ਮਾਸਟਰ ਤਾਰਾ ਸਿੰਘ ਹੋਵੇ, ਸਰਦਾਰ ਬਲਦੇਵ ਸਿੰਘ ਹੋਣ, ਇਹ ਜਿੰਨੇ ਵੀ ਉਸ ਸਮੇਂ ਉੱਗੇ ਆਗੂ ਸਨ, ਪਰ ਇਹਨਾਂ ਵਿੱਚ ਲੀਡਰਸ਼ਿਪ ਦੀ ਬੜੀ ਵੱਡੀ ਘਾਟ ਸੀ। ਹਾਲਾਂਕਿ ਦੇਸ਼ ਦੀ ਆਜ਼ਾਦੀ ਵਾਸਤੇ ਬੜਾ ਅੱਗੇ ਹੋ ਕੇ ਲੜੇ ਨੇ। ਸਮਾਂ ਆਇਆ ਜਦੋਂ ਕਾਂਗਰਸ ਦੇ ਇਹਨਾਂ ਲੀਡਰਾਂ ਨੇ ਇੱਕ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਸੀ ਗੁਰਦੁਆਰਿਆਂ ਵਿੱਚ। ਇਹ ਮੋਤੀ ਜਵਾਹਰ ਲਾਲ ਨਹਿਰੂ ਮੋਤੀ ਕਲਕੱਤੇ ਦੀ ਧਰਤੀ ਤੇ ਇੱਕ ਗੱਲ ਕਹਿੰਦਾ ਸਿੱਖੋ, ਜੋ ਤੁਸੀਂ ਗੁਰਦੁਆਰਿਆਂ ਦੀ ਆਜ਼ਾਦੀ ਲਈ ਹੈ, ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ, ਮੈਂ ਦਾਅਵੇ ਨਾਲ ਕਹਿੰਦਾ ਆਉਣ ਵਾਲੇ ਸਮੇਂ ਵਿੱਚ ਭਾਰਤ ਦੇਸ਼ ਨੂੰ ਵੀ ਤੁਸੀਂ ਆਜ਼ਾਦ ਕਰਾਓਗੇ। ਮੋਹਨਦਾਸ ਕਰਮਚੰਦ ਗਾਂਧੀ ਸੀਸਗੰਜ ਸਾਹਿਬ ਗੁਰਦੁਆਰੇ ਵਿੱਚ ਖਲੋ ਕੇ ਕਹਿੰਦਾ ਸਿੱਖੋ, ਅੱਧੀ ਆਜ਼ਾਦੀ ਅਸੀਂ ਦੇਸ਼ ਦੀ ਜਿੱਤ ਗਏ ਹਾਂ, ਬਾਕੀ ਰਹਿ ਗਈ ਹੈ ਉਹ ਵੀ ਤੁਸੀਂ ਜਿੱਤਣੀ ਹੈ। ਤੁਹਾਡੇ ਕਰਕੇ ਅਸੀਂ ਜਿੱਤਣਾ ਹੈ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਅਸ਼ਾਂਤੀ ਦੇ ਢੰਗ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥ ਵਿੱਚ ਲਿਆ ਅੰਗਰੇਜ਼ਾਂ ਤੋਂ, ਸਾਨੂੰ ਲੱਗਦਾ ਹੈ ਦੇਸ਼ ਨੂੰ ਵੀ ਆਜ਼ਾਦ ਤੁਸੀਂ ਕਰਾਓਗੇ। ਇੱਕ ਸਿੱਖ ਨੇ ਉੱਠ ਕੇ ਸਵਾਲ ਕਰਤਾ ਸੰਗਤ ਚੋਂ, ਕਹਿ ਲਗੇ ਤੇ ਗੱਲ ਠੀਕ ਹੈ ਵੀ ਦੇਸ਼ ਆਜ਼ਾਦ ਹੋ ਜਾਵੇਗਾ, ਪਰ ਇਸ ਗੱਲ ਦੀ ਕੀ ਗਰੰਟੀ ਹੈ ਵੀ ਜਿਹੜੇ ਤੁਸੀਂ ਅੱਜ ਸਿੱਖਾਂ ਨਾਲ ਵਾਅਦੇ ਕਰਦੇ ਹੋ ਕੱਲ੍ਹ ਨੂੰ ਤੁਸੀਂ ਮੁੱਕਰ ਜਾਵੋ। ਫਿਰ ਉਹ ਕਹਿੰਦਾ ਨਹੀਂ, ਮੈਂ ਗੁਰੂ ਦੀ ਹਜ਼ੂਰੀ ਵਿੱਚ ਖਲੋ ਕੇ ਕਹਿੰਦਾ ਅਸੀਂ ਮੁੱਕਰਾਂਗੇ ਨਹੀਂ, ਬਲਕਿ ਨਹਿਰੂ ਇਹ ਕਹਿੰਦਾ ਵੀ ਆਪਾਂ ਉਹ ਸੰਵਿਧਾਨ ਬਣਾਉਣਾ ਹੀ ਨਹੀਂ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ। ਉਹ ਸੰਵਿਧਾਨ ਬਣਾਵਾਂਗੇ ਜਿਹੜਾ ਸਿੱਖਾਂ ਨੂੰ ਮਨਜ਼ੂਰ ਹੋਵੇ। ਸਿੱਖਾਂ ਨੂੰ ਇੱਕ ਉਹ ਕਿੱਤਾ ਦਿੱਤਾ ਜਾਵੇਗਾ, ਉਹ ਇਲਾਕਾ ਦਿੱਤਾ ਜਾਵੇਗਾ ਜਿੱਥੇ ਸਿੱਖਾਂ ਦੀ ਖੁਦ ਮੁਖਤਿਆਰੀ ਹੋਵੇਗੀ। ਇਹੋ ਜਿਹੀਆਂ ਵੱਡੀਆਂ ਗੱਲਾਂ ਜਿਹੜੀਆਂ ਨੇ ਇਹ ਕਾਂਗਰਸ ਦੇ ਲੀਡਰਾਂ ਨੇ ਉਸ ਸਮੇਂ ਕੀਤੀਆਂ ਸਨ, ਤੇ ਸਿੱਖਾਂ ਨੇ ਇਹਨਾਂ ਦੀ ਗੱਲਾਂ ਵਿੱਚ ਆ ਕੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਬੰਬਈ ਦੇ ਆਜ਼ਾਦ ਮੈਦਾਨ ਦੇ ਵਿੱਚ ਇੱਕ ਵਾਰ 2,500 ਇਹਨਾਂ ਦੇ ਜਿਹੜੇ ਵਲੰਟੀਅਰ ਸਨ ਉਹਨਾਂ ਇਕੱਠੇ ਹੋਣਾ ਸੀ। ਨਹਿਰੂ ਨੇ ਆਉਣਾ ਸੀ, ਉਹਨੂੰ ਜੀ ਆਇਆਂ ਕਹਿਣਾ ਸੀ, ਪਰ ਅੰਗਰੇਜ਼ ਸਰਕਾਰ ਨੇ ਉਸ ਸਮੇਂ ਇਹਨਾਂ ਨੂੰ ਇਕੱਠਿਆਂ ਨਾ ਹੋਣ ਦਿੱਤਾ। ਤੇ ਗੁਰੂ ਪਿਆਰ ਵਾਲਿਓ, 2,500 ਵਲੰਟੀਅਰ ਤਿੱਤਰ ਹੋ ਗਏ ਜਦੋਂ ਉੱਥੇ ਅੰਗਰੇਜ਼ ਅਫਸਰ ਆਏ ਤੇ ਕੇਵਲ 28 ਅਕਾਲੀ ਰਹਿ ਗਏ ਸਨ। ਨੀਲੀਆਂ ਦਸਤਾਰਾਂ ਬੰਨੀਆਂ, ਖਾਲਸਾਈ ਝੰਡੇ ਲਏ ਤੇ 28 ਦੇ 28 ਰਹਿ ਗਏ, ਬਾਕੀ ਸਾਰੇ 2,500 ਰਫੂ ਚੱਕਰ ਹੋ ਗਏ। ਇੰਨੀਆਂ ਡਾਂਗਾਂ ਇਹਨਾਂ ਨੂੰ ਮਾਰੀਆਂ ਉਹਨਾਂ ਨੇ ਉਸ ਸਮੇਂ ਅੰਗਰੇਜ਼ ਅਫਸਰਾਂ ਨੇ, ਪਰ ਇਹਨਾਂ ਨੇ ਉਹਨਾਂ ਡਾਂਗਾਂ ਨੂੰ ਵੀ ਸਹਿ ਲਿਆ। ਉਸ ਤੋਂ ਬਾਅਦ ਦਾ ਜਿਹੜਾ ਸਮਾਂ ਹੈ ਇੱਕ ਹੋਰ ਸੰਘਰਸ਼ ਦੇ ਵਿੱਚੋਂ ਲੰਘਿਆ ਕਿ ਜਿਹੜੇ ਅੰਗਰੇਜ਼ ਸਰਕਾਰ ਹੈ ਨਾ, ਉਹਨੇ ਹੁਣ ਇਹ ਅੰਦਾਜ਼ਾ ਲਾ ਲਿਆ ਵੀ ਆਪਾਂ ਨੂੰ ਭਾਰਤ ਦੇ ਜਿਹੜਾ ਛੱਡਣਾ ਪੈਣਾ ਹੈ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸੰਸਾਰ ਦਾ ਦੂਜਾ ਜਿਹੜਾ ਜੰਗ ਹੈ, ਸੰਸਾਰਕ ਵਿਸ਼ਵ ਯੁੱਧ ਜਿਹੜਾ ਦੂਜਾ ਸ਼ੁਰੂ ਹੋਣ ਵਾਲਾ ਸੀ। ਇਹ ਅੰਗਰੇਜ਼ ਸਰਕਾਰ ਨੂੰ ਲੱਗ ਗਿਆ ਸੀ ਵੀ ਆਪਾਂ ਜੇ ਇੱਧਰ ਰਹਾਂਗੇ ਤਾਂ ਸਾਡਾ ਉੱਧਰ ਨੁਕਸਾਨ ਹੋਵੇਗਾ, ਚੰਗਾ ਹੋਵੇ ਸਾਨੂੰ ਇਹ ਛੱਡ ਕੇ ਇੱਥੋਂ ਚਲੇ ਜਾਣਾ ਚਾਹੀਦਾ। ਤਾਂ ਉਸ ਸਮੇਂ ਗੁਰੂ ਪਿਆਰ ਵਾਲਿਓ, ਅੰਗਰੇਜ਼ਾਂ ਨੇ ਵਿਚਾਰ ਬਣਾਈ ਵੀ ਆਪਾਂ ਭਾਰਤ ਵਿੱਚੋਂ ਜਾਣਾ ਹੈ, ਪਰ ਉਹਨਾਂ ਨੇ ਉਸ ਸਮੇਂ ਭਾਰਤ ਦੇ ਅੰਦਰ 3 ਲੀਡਰਸ਼ਿਪ ਕੰਮ ਕਰਦੀਆਂ ਸਨ। ਇੱਕ ਸੀ ਸਿੱਖ, ਇੱਕ ਸੀ ਮੁਸਲਮਾਨ, ਮੁਸਲਿਮ ਲੀਗ, ਤੇ ਇੱਧਰੋਂ ਤੀਜੀ ਸੀ ਜਿਹੜੀ ਹਿੰਦੂ ਲੀਗ।
ਜਿਨ੍ਹਾਂ ਦੇ ਆਗੂ ਮਹਾਤਮਾ ਗਾਂਧੀ ਜਾਂ ਨਹਿਰੂ ਸਰਦਾਰ ਪਟੇਲ ਸਨ, ਦੂਜੇ ਪਾਸਿਓਂ ਮਾਸਟਰ ਤਾਰਾ ਸਿੰਘ ਸਰਦਾਰ ਬਲਦੇਵ ਸਿੰਘ ਹੋਰ ਸਨ, ਅਤੇ ਉੱਧਰੋਂ ਮੁਸਲਿਮ ਲੀਗ ਵੱਲੋਂ ਮੁਹੰਮਦ ਜਿਨਾਹ ਸੀ। ਹੁਣ ਇਹਨਾਂ ਤਿੰਨਾਂ ਨੂੰ ਲੰਡਨ ਵਿੱਚ ਬੁਲਾਇਆ ਗਿਆ। ਜਦੋਂ ਬੁਲਾਇਆ ਗਿਆ ਤੇ ਉਸ ਸਮੇਂ ਇਸ ਤਰ੍ਹਾਂ ਸਾਹਮਣੇ ਬਿਠਾ ਕੇ ਮਾਊਂਟ ਬੈਟਨ ਜਿਹੜਾ ਸੀ ਗਵਰਨਰ, ਜਿਹੜਾ ਉਹਨੇ ਪੁੱਛਿਆ, ਕਹਿੰਦਾ ਵੀ ਦੱਸੋ ਵੀ ਤੁਸੀਂ ਇਕੱਠਿਆਂ ਰਹਿਣਾ ਚਾਹੁੰਦੇ ਹੋ? ਇੱਕ ਗੱਲ ਯਾਦ ਰੱਖਣਾ, ਸਿੱਖ ਨਹੀਂ ਸਨ ਚਾਹੁੰਦੇ ਵੀ ਦੇਸ਼ ਦਾ ਬਟਵਾਰਾ ਹੋਵੇ। ਸਿੱਖ ਚਾਹੁੰਦੇ ਸਨ ਕਿਉਂਕਿ ਸਿੱਖਾਂ ਦੇ ਆਪਣੇ ਧਾਰਮਿਕ ਸਥਾਨ ਉੱਧਰ ਸਨ। ਸਿੱਖਾਂ ਨੂੰ ਖਤਰਾ ਸੀ ਵੀ ਇਸ ਗੱਲ ਦਾ ਵੀ ਸਾਡੇ ਧਾਰਮਿਕ ਸਥਾਨ ਜਿਹੜੇ ਉੱਧਰ ਰਹਿ ਜਾਣਗੇ, ਜੇ ਬਟਵਾਰਾ ਹੋਇਆ ਨੁਕਸਾਨ ਸਾਡਾ ਪੰਜਾਬ ਦਾ ਹੋਣਾ। ਅਸੀਂ ਪਹਿਲਾਂ ਹੀ ਬੜੇ ਇੰਨੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ, ਇਹਨਾਂ ਨੁਕਸਾਨ ਸਹਿੰਦੇ ਆ ਰਹੇ ਹਾਂ, ਹੁਣ ਫਿਰ ਨੁਕਸਾਨ ਹੋਵੇਗਾ। ਪਰ ਜਿਹੜਾ ਮੁਹੰਮਦ ਜਿਨਾਹ ਹੈ ਉਹਨੂੰ ਪਤਾ ਸੀ ਵੀ ਆ 100 ਸਾਲ ਦੀ ਲੀਡਰਸ਼ਿਪ ਅੱਜ ਇਹੋ ਜਿਹੀਆਂ ਗੱਲਾਂ ਲਾਗੀ ਕਰਨ, ਕੱਲ੍ਹ ਨੂੰ ਤੇ ਇਹਨਾਂ ਸਾਨੂੰ ਜੀਣ ਨਹੀਂ ਦੇਣਾ। ਤਾਂ ਉਹ ਉਸ ਸਮੇਂ ਫਿਰ ਮੁਹੰਮਦ ਜਿਨਾਹ ਨੇ ਆਪਣੇ ਬੋਝੇ 'ਚ ਰੁਮਾਲ ਕੱਢਿਆ, ਅੰਗਰੇਜ਼ ਅਫਸਰ ਦੇ ਸਾਹਮਣੇ ਰੱਖਿਆ, ਕਹਿੰਦਾ ਮੈਨੂੰ ਮੇਰਾ ਵੱਖਰਾ ਦੇਸ਼ ਚਾਹੀਦਾ, ਭਾਵੇਂ ਰੁਮਾਲ ਜਿੱਡਾ ਹੀ ਦਿਓ। ਅਫਸਰ ਨੇ ਆਖਿਆ ਦੇਸ਼ ਚਲਾਉਣੇ ਸੌਖੇ ਨਹੀਂ ਹੁੰਦੇ, ਇਹ ਬੜੀ ਮੁਸ਼ਕਿਲ ਵਾਲੀ ਗੱਲ ਹੈ, ਪਰ ਉਹ ਕਹਿੰਦਾ ਨਹੀਂ ਮੈਨੂੰ ਮੇਰਾ ਵੱਖਰਾ ਹੀ ਚਾਹੀਦਾ। ਉਹਨੂੰ ਵੱਖਰਾ ਦੇ ਦਿੱਤਾ ਗਿਆ। ਹੁਣ ਅੰਗਰੇਜ਼ ਸਰਕਾਰ ਨੇ ਸਿੱਖਾਂ ਨੂੰ ਪੁੱਛਿਆ, ਉਹਨੇ ਆਖਿਆ ਨਹੀਂ ਅਸੀਂ ਤਾਂ ਇਹਨਾਂ ਨਾਲ ਹੀ ਰਹਿਣਾ। ਉਹਨੇ ਆਖਿਆ ਠੀਕ ਹੈ, ਪਰ ਫਿਰ ਵੀ ਤੁਸੀਂ ਸੋਚ ਲਓ, ਤੁਸੀਂ ਅੱਜ ਤੱਕ ਬੜਾ ਸੰਘਰਸ਼ ਕੀਤਾ ਹੈ, ਅਸੀਂ ਨਹੀਂ ਚਾਹੁੰਦੇ ਤੁਹਾਡੇ ਨਾਲ ਨਾਇਨਸਾਫੀ ਹੋਵੇ। ਪਰ ਉਸ ਸਮੇਂ ਸਰਦਾਰ ਬਲਦੇਵ ਸਿੰਘ ਧੋਖਾ ਖਾ ਗਿਆ। ਉਹਨੇ ਆਖਿਆ ਨਹੀਂ ਮੈਂ ਇਹਨਾਂ ਨਾਲ ਹੀ ਰਹਿਣਾ। ਹੁਣ ਜਦੋਂ ਨਾਲ ਰਿਹਾ, ਦੇਸ਼ ਆਜ਼ਾਦ ਹੋ ਗਿਆ, ਅਜੇ 2 ਦਿਨ ਨਹੀਂ ਸਨ ਲੰਘੇ ਤੇ ਉਸ ਸਮੇਂ ਭਾਰਤੀ ਲੀਡਰਾਂ ਨੇ ਕਹਿਣਾ ਸ਼ੁਰੂ ਕਰਤਾ। ਉਹਨਾਂ ਆਖਿਆ ਤੁਸੀਂ ਤੇ ਜਰਾਇਮ ਪੇਸ਼ਾ ਕੌਮ ਆ, ਤੁਹਾਡੇ ਤੇ ਕੰਮ ਹੀ ਲੜਾਈਆਂ ਚੜਾਈਆਂ ਕਰਨਾ। 2 ਦਿਨ ਬਾਅਦ ਇਹ ਗੱਲ ਕਹਿ ਦਿੱਤੀ। ਸਿੱਖ ਬੜੇ ਹੈਰਾਨ ਹੋਏ, ਕਹਿਣ ਲੱਗੇ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ ਤੇ ਅੱਜ ਸਾਡੇ ਨਾਲ ਇਹ ਗੱਲ। ਤੇ ਕਈ ਅਫਸਰਾਂ ਨੇ ਇਹ ਵੀ ਆਖਿਆ, ਕਹਿਣ ਲੱਗੇ ਬੜੇ ਨਾਡੂ ਖਾ ਬਣੇ ਫਿਰਦੇ ਸੋ ਤੁਸੀਂ, ਅੱਜ ਸਮਾਂ ਗਿਆ, ਹੁਣ ਤੁਹਾਡੀਆਂ ਗੱਲਾਂ ਗਈਆਂ, ਹੁਣ ਸਾਡਾ ਰਾਜ ਆ ਗਿਆ। ਆਚਾਰਿਆ ਰਜਨੀਸ਼ ਓਸ਼ੋ ਨੇ ਇੱਕ ਬੜੀ ਪਤੇ ਦੀ ਗੱਲ ਆਖੀ ਸੀ, ਮੈਂ ਕਹਿ ਕੇ ਸਮਾਪਤੀ ਕਰਾਂ। ਉਹ ਕਹਿੰਦਾ ਪਹਿਲਾਂ ਸਰਮਾਏਦਾਰ ਅੰਗਰੇਜ਼ ਭਾਰਤ ਉੱਤੇ ਕਾਬਜ਼ ਸਨ ਤੇ ਭਾਰਤ ਦੇ ਗੁਲਾਮ ਸਨ, ਬਸ ਬਦਲਿਆ ਕੁਛ ਨਹੀਂ। ਫਿਰ ਕੁਝ ਸਰਮਾਏਦਾਰ ਲੋਕ ਜਿਹੜੇ ਹਨ ਉਹ ਲੀਡਰ ਆ ਕੇ ਕਾਬਜ਼ ਹੋ ਗਏ, ਭਾਰਤ ਫਿਰ ਉਸੇ ਤਰ੍ਹਾਂ ਹੀ ਗੁਲਾਮ ਹੈ। ਲੋਕ ਅੱਜ ਵੀ ਗੁਲਾਮ ਹੀ ਨੇ। ਸੋ ਇਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਸਿੱਖਾਂ ਦਾ ਹੋਇਆ ਜਦੋਂ ਪੰਜਾਬ ਭਾਰਤ ਦੇਸ਼ ਦੀ ਵੰਡ ਹੋਈ। ਲੱਖਾਂ ਰੁਪਈਆ ਬਰਬਾਦ ਹੋਇਆ, ਹਜ਼ਾਰਾਂ ਘਰ ਉੱਜੜ ਗਏ, ਜ਼ਮੀਨਾਂ ਜਿਹੜੀਆਂ ਅਸੀਂ ਮਿਹਨਤਾਂ ਕਰਕੇ ਪਾਲੀਆਂ ਸਨ ਉਹ ਜ਼ਮੀਨਾਂ ਸਾਨੂੰ ਛੱਡ ਕੇ ਆਉਣੀਆਂ ਪਈਆਂ, ਘਰ ਘਾਟ ਛੱਡ ਕੇ ਆਉਣੇ ਪਏ ਤੇ ਲੱਖਾਂ ਦੀ ਕਤਲੋ ਗਾਰਤ ਹੋਈ। ਸੋ ਗੁਰੂ ਪਿਆਰ ਵਾਲਿਓ, ਅੱਜ ਵੀ ਸਿੱਖ ਇਹ ਨਹੀਂ ਕਹਿੰਦਾ ਵੀ ਭਾਰਤ ਦੇਸ਼ ਮਾੜਾ ਹੈ। ਅੱਜ ਅਸੀਂ ਇਸ ਦੇਸ਼ ਦੇ ਵਸਨੀਕ ਹਾਂ, ਪਰ ਸਾਨੂੰ ਅੱਜ ਵੀ ਅਧਿਕਾਰ ਹੈ ਵੀ ਜੇ ਅੱਜ ਅਸੀਂ ਆਪਣੇ ਹੱਕਾਂ ਲਈ ਅੱਜ ਵੀ ਲੜ ਰਹੇ ਹਾਂ ਤੇ ਕਿਤੇ ਨਾ ਕਿਤੇ ਸਾਨੂੰ ਇਹ ਮਹਿਸੂਸ ਕਰਾਇਆ ਜਾਂਦਾ ਹੈ ਵੀ ਤੁਸੀਂ ਇੱਕ ਜਿਹੜੇ ਜਰਾਇਮ ਪੇਸ਼ਾ ਕੌਮ ਹੋ, ਅੱਜ ਵੀ ਭਾਰਤ ਦੇਸ਼ ਦੇ ਅੰਦਰ ਸਾਨੂੰ ਵਖਰੇਵੇਂ ਨਾਲ ਕਿਤੇ ਨਾ ਕਿਤੇ ਵੇਖਿਆ ਜਾਂਦਾ ਹੈ। ਲੋੜ ਹੈ ਉਹਨਾਂ ਲੋਕਾਂ ਨੂੰ ਵੀ ਇਹ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ। ਜੇ ਅੱਜ ਪਾਕਿਸਤਾਨ ਦੇ ਅੰਦਰ ਉਹ ਬਹੁਤੀ ਗਿਣਤੀ ਵਾਲੇ ਦੂਜੀਆਂ ਕੌਮਾਂ ਨੂੰ ਖਤਮ ਉਹਨਾਂ ਕਰਤਾ, ਤੇ ਜੇ ਭਾਰਤ ਦੇਸ਼ ਅੰਦਰ ਬਹੁਤੀ ਗਿਣਤੀ ਵਾਲੇ ਥੋੜਿਆਂ ਨਾਲ ਇਸ ਤਰ੍ਹਾਂ ਕਰਨਗੇ ਤੇ ਫਿਰ ਇਹਨਾਂ ਵਿੱਚ ਤੇ ਉਹਨਾਂ ਵਿੱਚ ਫਰਕ ਕੀ ਹੈ, ਅੰਤਰ ਕੀ ਹੈ। ਇਸ ਕਰਕੇ ਆਓ ਗੁਰੂ ਚਰਨਾਂ ਵਿੱਚ ਕਿ ਅਰਦਾਸ ਕਰੀਏ, ਸਤਿਗੁਰੂ ਇਹ ਕਿਰਪਾ ਕਰ, ਇਹ ਸਮਝ ਬਖਸ਼, ਭਾਰਤ ਦੀ ਲੀਡਰਸ਼ਿਪ ਨੂੰ ਵੀ ਇਹ ਸਮਝ ਦੇ ਤਾਂ ਜੋ ਉਹ ਸਿੱਖਾਂ ਦੀ ਇਸ ਦਰਦ ਭਰੀ ਕਹਾਣੀ ਨੂੰ ਸਮਝ ਸਕੇ ਤੇ ਉਹਨਾਂ ਨਾਲ ਹੁੰਦੇ ਬੇਇਨਸਾਫਾਂ ਨੂੰ ਸਮਝ ਕੇ ਬਣਦੇ ਹੱਕ ਉਹਨਾਂ ਨੂੰ ਦਿੱਤੇ ਜਾਣ। ਭਾਵੇਂ ਉਹ ਕੋਈ ਵੀ ਮਸਲਾ ਹੋਵੇ, ਪਰ ਉਹਦੇ ਵਿੱਚ ਸਿੱਖਾਂ ਨੇ ਜੋ ਕੁਰਬਾਨੀਆਂ ਕੀਤੀਆਂ ਨੇ, ਪੂਰਾ ਭਾਰਤ ਦੇਸ਼ ਉਸ ਕੁਰਬਾਨੀ ਤੋਂ ਮੁਨਕਰ ਨਹੀਂ ਹੋ ਸਕਦਾ। ਆਓ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਮਹਾਰਾਜ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ, ਆਪਸੀ ਭਾਈਚਾਰਾ, ਪ੍ਰੇਮ, ਇਤਫਾਕ, ਆਪਸੀ ਸਾਂਝ ਤੇ ਆਪਸੀ ਮਿਲ ਵਰਤਨ ਤੇ ਮਿਲ ਕੇ ਰਹਿਣ ਦੀ ਜਾਚ ਜਿਹੜੀ ਹੈ ਸਾਨੂੰ ਗੁਰੂ ਕੋਲੋਂ ਸਿੱਖਣ ਨੂੰ ਮਿਲਦੀ ਹੈ, ਇਹ ਸਦਾ ਕਾਇਮ ਰਹੇ। ਮਹਾਰਾਜ ਸਭਨਾਂ ਨੂੰ ਚਰਨਾਂ ਨਾਲ ਜੋੜ ਕੇ ਰੱਖਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।